राजान राज पानान पान देवान देव उपमा महान चवर तखत छतर दे मालिक परम सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਾਰੇ ਗੁਰਮੁਖ ਪਿਆਰੇ ਮਾਈ ਭਾਈ ਬਜ਼ੁਰਗ ਬੱਚੇ, ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਧਰਮ ਨਾਲ ਇੱਕ ਸ਼ਬਦ ਜੁੜਦਾ ਹੈ ਜਿਸ ਨੂੰ ਕਹਿੰਦੇ ਨੇ ਸਿੱਖ। ਸਾਡਾ ਧਰਮ, ਜਦੋਂ ਕੋਈ ਸਾਨੂੰ ਪੁੱਛੇ ਤੁਸੀਂ ਕੌਣ ਹੋ, ਤਾਂ ਅਸੀਂ ਕਹਿੰਦੇ ਅਸੀਂ ਸਿੱਖ ਹਾਂ। ਗੁਰਬਾਣੀ ਵਿੱਚ ਸਿੱਖ ਸ਼ਬਦ ਆਇਆ ਹੈ। ਸਾਡੇ ਰੋਜ਼ਮर्रा ਦੇ ਜੀਵਨ ਵਿੱਚ ਅਸੀਂ ਦਿਨ ਵਿੱਚ ਕਈ ਵਾਰ ਇਸ ਸਿੱਖ ਸ਼ਬਦ ਦੀ ਵਰਤੋਂ ਕਰਦੇ ਹਾਂ। ਜਦੋਂ ਕੋਈ ਬੱਚਾ, ਕੋਈ ਵਿਅਕਤੀ ਕਿਸੇ ਕੰਮ ਵੱਲ ਧਿਆਨ ਨਾ ਦੇ ਕੇ ਵਾਰ-ਵਾਰ ਸਮਝਾਉਣ 'ਤੇ ਨਾ ਸਮਝੇ, ਤਾਂ ਅਸੀਂ ਅਕਸਰ ਇਹ ਗੱਲ ਕਹਿੰਦੇ ਹਾਂ ਕਿ ਤੈਨੂੰ ਕਿੰਨੀ ਵਾਰ ਕਿਹਾ ਬਈ ਤੂੰ ਇਹ ਸਿੱਖ ਲਾ, ਇਸ ਕੰਮ ਨੂੰ ਸਿੱਖ। ਜਦੋਂ ਅਸੀਂ ਗਹਿਰਾਈ ਵਿੱਚ ਜਾ ਕੇ ਸੋਚਾਂਗੇ ਤਾਂ ਸਿੱਖ ਸ਼ਬਦ ਦਾ ਅਰਥ ਹੈ ਸਿੱਖਣ ਵਾਲਾ, ਜਿਸ ਨੇ ਕੁਝ ਆਪਣੇ ਜੀਵਨ ਵਿੱਚ ਸਿੱਖਣਾ ਹੈ। ਅਤੇ ਸਿੱਖਿਆ ਹਮੇਸ਼ਾ ਉਹ ਕੁਝ ਜਾਂਦਾ ਹੈ ਜੋ ਮਨੁੱਖ ਨੂੰ ਆਉਂਦਾ ਨਹੀਂ। ਬੱਚੇ ਵਿੱਦਿਆ ਸਿੱਖਣ ਲਈ ਸਕੂਲ ਵਿੱਚ ਜਾਂਦੇ ਨੇ ਅਤੇ ਉਹਨਾਂ ਨੂੰ ਕਿਹਾ ਜਾਂਦਾ ਸਿੱਖਿਆਰਥੀ। ਸਿੱਖਿਆ ਦੇ ਅਰਥ ਸਿੱਖਿਆ ਲੈਣ ਲਈ ਪਾਠਸ਼ਾਲਾ ਵਿੱਚ ਪਹੁੰਚੇ ਉਹ ਬੱਚੇ ਜਿਹੜੇ ਸਿੱਖਣ ਲਈ ਆਏ ਨੇ, ਉਹ ਸਿੱਖਿਆਰਥੀ। ਸ਼ਬਦ ਜਿਹੜਾ ਸਿੱਖ ਹੈ ਉਹ ਬੜਾ ਪਿਆਰਾ ਹੈ। ਭਾਵੇਂ ਇਹ 2 ਅੱਖਰਾਂ ਦਾ ਸ਼ਬਦ ਹੈ, ਪਰ ਇਸ ਸ਼ਬਦ ਵਿੱਚ ਬਹੁਤ ਗੁੱਝੇ ਭੇਦ ਛੁਪੇ ਹੋਏ ਨੇ। ਜਦੋਂ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਸਾਨੂੰ ਪਤਾ ਚੱਲਦਾ ਹੈ ਸਿੱਖ ਅਤੇ ਸਿੱਖੀ। ਜਿਹੜੀ ਗੱਲ ਸਿੱਖ ਨੇ ਸਿੱਖ ਲਈ, ਉਹਨੂੰ ਸਮੁਦਾਇ ਨੂੰ ਅਸੀਂ ਸਿੱਖੀ ਕਹਿੰਦੇ। ਸਿੱਖੀ। ਜਦੋਂ ਗੁਰੂ ਤੋਂ ਇਸ ਸ਼ਬਦ ਦੇ ਅਰਥ ਪੁੱਛੋਗੇ
तो धन गुरु पातशाह कहते ने सिक्खी किस चीज़ का नाम है, तो गुरुदेव के बचन ने सिक्खी सिक्ख्या गुर विचार। गुरु दी विचार नूं उहदी सिक्ख्या नूं सिख लैण दा नाम सिक्खी है। जदों सिख सिक्खी धारण कर ले, जदों सिख गुरु तो मत सिख ले, तो फिर गुरु अगली पंक्ति कहता है नदरी करम लंघाए पार। गुरु नदरी नदर करने वाला वाहिगुरु, नदरी कर्म का अर्थ है कृपा करके लंघाए पार, संसार सागर तो पार कर दिंदा है। अज असी सिख अते सिक्खी इन्हां दो शब्दां दी विचार करांगे। सिख शब्द की शुरुआत साडे धर्म विच साहिब श्री गुरु नानक देव साहिब तो होई। एक ऐसा धर्म जो बहुत पुराना नहीं, एक ऐसा धर्म जिस विच बहुत कुछ दूसरे धर्मां नालों अलग है। एक ऐसा धर्म जिस विच कोई भरम नहीं, जिस विच कोई भुलेखा नहीं। एक ऐसा धर्म जिसनूं साहिब श्री गुरु नानक देव साहिब जी ने अपने अनुयायियों नूं केवल ते केवल एक नाल जोड़िया। उन्हां संसार दे लोकां नूं दस्सिया कि एको है भाई, एको है साहिब मेरा, एको है। गुरु नानक देव साहिब नाल जेड़े लोग गुरु नानक साहिब की दिती हुई आवाज़ नूं सुनन लई उन्हां नाल जुड़ के ईश्वर की प्राप्ति लई, उन्हां दे सिद्धांत नूं समझ के अकाल पुरख का नाम जपण लई गुरु नानक साहिब नाल जुड़े, उन्हां नूं संसार दे लोकां ने सिख कहा। सिख एक विचार का नाम है। सिख किसी लिबास का नाम नहीं है। सिख एक गहरी विचार जो अपने तो शुरू होके अकाल पुरख वाहिगुरु तक पहुँच जाती है, जिथे जाके उस नाल जुड़न वाला व्यक्ति ये समझ जाता है कि मैं हाँ ही नहीं। एक खेड जिसनों मैं वेखना चाहता सा, ये कुछ होर है। बस मैं नहीं हाँ, तू ही है। तू करता तू हुआ, मुझ में रहा न हूँ। जब आपा पर का मिट गया, जत देखा तत तू। सिख
ਆਪਣੇ ਆਪੇ ਵਿੱਚੋਂ, ਆਪਣੇ ਸਰੀਰ ਵਿੱਚੋਂ ਈਸ਼ਵਰ ਦੀ ਖੋਜ ਹੈ। ਉਸ ਈਸ਼ਵਰ ਦੀ ਜਿਸ ਦਾ ਚੱਕਰ, ਚਿਹਨ, ਵਰਨ, ਜਾਤ, ਰੰਗ, ਰੂਪ ਕੁਝ ਵੀ ਨਹੀਂ, ਜੋ ਹੈ ਇਸ ਤਰ੍ਹਾਂ ਜਿਵੇਂ ਫੁੱਲ ਵਿੱਚ ਮਹਿਕ, ਜੋ ਹੈ ਇਸ ਤਰ੍ਹਾਂ ਜਿਵੇਂ ਸ਼ੀਸ਼ੇ ਵਿੱਚ ਪਰਛਾਵਾਂ, ਜਿਸ ਦਾ ਨਿਵਾਸ ਸਾਡੇ ਹੀ ਅੰਦਰ ਹੈ, ਇਤਨਾ ਨੇੜੇ ਕਿ ਦਿਖਾਈ ਨਹੀਂ ਦਿੰਦਾ। ਕਿਉਂਕਿ ਜਦੋਂ ਤੁਸੀਂ ਕਿਸੇ ਦੂਸਰੀ ਚੀਜ਼ ਨੂੰ ਦੇਖਣਾ ਹੁੰਦਾ ਤੇ ਮਨੁੱਖ ਕੇਵਲ ਉਸ ਨੂੰ ਦੇਖ ਸਕਦਾ ਹੈ ਜੋ ਥੋੜ੍ਹੀ ਦੂਰ ਹੈ। ਕਿਤਾਬ ਪੜ੍ਹਦੇ ਹੋ, ਕਦੇ ਕਿਤਾਬ ਨੂੰ ਅੱਖਾਂ ਦੇ ਨਾਲ ਲਾ ਕੇ ਤੁਸੀਂ ਨਹੀਂ ਪੜ੍ਹਿਆ ਕਿ ਕਿਤਾਬ ਪਕੜੋ, ਮਸਤਕ ਨਾਲ ਲਾ ਲਓ ਤੇ ਫਿਰ ਉਹਦੇ ਅੱਖਰ ਪੜ੍ਹੋ। ਨਹੀਂ ਪੜ੍ਹੇ ਜਾਣਗੇ। ਘਰ ਵਿੱਚ ਜਾ ਕੇ ਤਜਰਬਾ ਕਰ ਲੈਣਾ। ਜਿਤਨੀ ਚੀਜ਼ ਨੇੜੇ ਹੋਏਗੀ ਉਤਨੀ ਦਿਖਾਈ ਨਹੀਂ ਦੇਵੇਗੀ। ਵੇਖਣ ਲਈ ਦੂਰੀ ਚਾਹੀਦੀ ਹੈ। ਦੂਰੀ ਤੋਂ ਵੇਖ ਸਕੋਗੇ, ਨਜ਼ਦੀਕ ਤੋਂ ਨਹੀਂ। ਜਿਸ ਵਾਹਿਗੁਰੂ ਦੀ, ਜਿਸ ਈਸ਼ਵਰ ਦੀ ਗੱਲ ਅਨੰਤ ਕਾਲ ਤੋਂ ਰਿਸ਼ੀ ਮੁਨੀ, ਪੀਰ, ਪੈਗੰਬਰ, ਔਲੀਏ, ਅੰਬੀਏ, ਮੁਨੀਜਨ ਕਰਦੇ ਆਏ, ਉਹ ਈਸ਼ਵਰ ਦੂਰ ਨਹੀਂ ਹੈ। ਗੁਰਬਾਣੀ ਦੇ ਬਚਨ ਨੇ ਸਦ ਹੀ ਨੇੜੇ, ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਜ਼ੀਕ ਪਛਾਣੋ, ਬਿਗਸੈ ਕਮਲ ਕਿਰਨ ਪ੍ਰਗਾਸੈ, ਪ੍ਰਗਟ ਕਰ ਦੇਖਾਇਆ। ਜਿਵੇਂ ਕਮਲ ਖਿੜਦਾ ਹੈ ਜਦੋਂ ਧਰਤੀ 'ਤੇ ਸੂਰਜ ਦੀ ਪਹਿਲੀ ਕਿਰਨ ਆ ਜਾਏ ਤਾਂ ਕਮਲ ਖਿੜ ਜਾਂਦੇ ਨੇ। ਇਵੇਂ ਹੀ ਸੂਰਜ ਉਸ ਸਮੇਂ ਦਿਖਾਈ ਨਹੀਂ ਦਿੰਦਾ, ਕੇਵਲ ਉਸ ਦੀਆਂ ਕਿਰਨਾਂ ਧਰਤੀ 'ਤੇ ਪਹੁੰਚੀਆਂ ਨੇ, ਕਮਲ ਖਿੜ ਗਿਆ। ਗੁਰੂ ਸਾਹਿਬ ਕਹਿੰਦੇ ਵਾਹਿਗੁਰੂ ਤੇਰੇ ਨਜ਼ਦੀਕ ਹੈ। ਤੇਰੇ ਨਜ਼ਦੀਕ ਵਾਹਿਗੁਰੂ। ਰਵਿਦਾਸ ਜੀ ਮਹਾਰਾਜ ਨੇ ਖੋਜ ਕੀਤੀ, ਕਹਿਣ ਲੱਗੇ ਤੇਰੇ ਹੱਥ ਦੂਰ ਚਲੇ ਜਾਂਦੇ ਨੇ, ਇਹਨਾਂ ਹੱਥਾਂ ਤੋਂ ਵੀ ਤੇਰੇ ਨੇੜੇ ਹੈ। ਤੇਰੇ ਪੈਰ ਤੇਰੇ ਤੋਂ ਦੂਰ ਨੇ, ਦੂਰ ਹੱਥ ਲਿਜਾ ਕੇ ਤੂੰ ਇਸ ਨੂੰ ਵੇਖ ਸਕਦਾ। ਪੈਰ ਦੂਰ ਨੇ, ਤੂੰ ਪੈਰਾਂ ਨੂੰ ਵੇਖ ਸਕਦਾ, ਪਰ ਵਾਹਿਗੁਰੂ ਤੇਰੇ ਹੱਥਾਂ ਅਤੇ ਤੇਰੇ ਪੈਰਾਂ ਤੋਂ ਤੇਰੇ ਨਜ਼ਦੀਕ ਹੈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋਹੋਈ। ਤੇਰੇ ਹੱਥਾਂ ਤੋਂ, ਤੇਰੇ ਪੈਰਾਂ ਤੋਂ ਵੀ ਉਹ ਤੇਰੇ ਨਜ਼ਦੀਕ ਹੈ। ਮਨੁੱਖ ਇੱਕ ਭਰਮ ਵਿੱਚ, ਇੱਕ ਭੁਲੇਖੇ ਵਿੱਚ ਪੈ ਗਿਆ ਕਿ ਵਾਹਿਗੁਰੂ ਕੋਈ ਦੂਜਾ ਹੈ, ਮੈਂ ਕਿਸੇ ਦੂਜੇ ਦੀ ਖੋਜ ਵਿੱਚ ਜਾਣਾ ਹੈ। ਗੁਰਦੇਵ ਕਹਿਣ ਲੱਗੇ ਵਾਹਿਗੁਰੂ ਦੂਜਾ ਨਹੀਂ, ਤੂੰ ਆਪਣੇ ਸਰੀਰ ਵਿੱਚ ਖੋਜ। ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਉਹ ਤੇਰੇ ਅੰਦਰ ਨਿਵਾਸ ਕਰਦਾ ਹੈ।
ਘਟ ਹੀ ਮਾਹਿ ਨਿਰੰਜਨ ਤੇਰਾ, ਤੈਂ ਖੋਜਤ ਉਦਿਆਨਾ। ਉਹ ਤੇਰੇ ਅੰਦਰ ਹੈ, ਪਰ ਤੂੰ ਉਸ ਨੂੰ ਜੰਗਲਾਂ ਵਿੱਚ ਲੱਭ ਰਿਹਾ ਹੈ। ਇਹ ਤੇਰਾ ਇੱਕ ਭੁਲੇਖਾ ਹੈ। ਇਸ ਕਰਕੇ ਗੁਰਦੇਵ ਜੀ ਨੇ ਬਚਨ ਕਹਿਣ ਲੱਗੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਆਪੇ ਨੂੰ ਖੋਜ, ਆਪਣੇ ਅੰਦਰ ਜਾ, ਤੇ ਗੁਰੂ ਦੇ ਬਚਨਾਂ ਦੁਆਰਾ ਉਸ ਈਸ਼ਵਰ ਨੂੰ ਤੂੰ ਲੱਭ ਲਏਗਾ। ਪਰ ਅਫਸੋਸ ਇਸ ਗੱਲ ਦਾ ਹੈ, ਨਾਮ ਸਾਡਾ ਸਿੱਖ ਹੈ। ਗੁਰੂ ਦਾ ਕੰਮ ਸਿੱਖ ਨੂੰ ਸਮਝਾਉਣਾ ਹੈ। ਗੁਰੂ ਦਾ ਕੰਮ ਸਿੱਖ ਨੂੰ ਮਾਰਗ ਦਰਸ਼ਨ ਕਰਨਾ ਹੈ। ਗੁਰੂ ਦਾ ਕੰਮ ਸਿੱਖ ਨੂੰ ਭਟਕਦੇ ਨੂੰ ਰਸਤੇ 'ਤੇ ਤੋਰਨਾ ਹੈ। ਪਰ ਅਫਸੋਸ ਕਿ ਅਸੀਂ ਰਸਤੇ 'ਤੇ ਤੁਰਨ ਦਾ ਨਾਮ ਨਹੀਂ ਲੈਂਦੇ। ਇਹ ਨਹੀਂ ਕਿ ਅਸੀਂ ਬਾਣੀ ਨਹੀਂ ਪੜ੍ਹਦੇ, ਇਹ ਵੀ ਨਹੀਂ ਕਿ ਅਸੀਂ ਸੰਗਤ ਨਹੀਂ ਕਰਦੇ, ਇਹ ਵੀ ਨਹੀਂ ਕਿ ਅਸੀਂ ਆਪਣੇ ਇਸ਼ਟ ਨੂੰ ਸਿਰ ਨਹੀਂ ਝੁਕਾਉਂਦੇ। ਸਭ ਕੁਝ ਕਰਦੇ ਹਾਂ। ਗੁਰਦੁਆਰੇ ਆਉਂਦੇ, ਸੰਗਤ ਕਰਦੇ, ਬਾਣੀ ਪੜ੍ਹਦੇ, ਅੰਮ੍ਰਿਤ ਪੀਂਦੇ, ਅੰਮ੍ਰਿਤ ਵੇਲੇ ਜਾਗਦੇ, ਨਿਤਨੇਮ ਕਰਦੇ, ਪਰ ਉਸ ਸਿਧਾਂਤ ਨੂੰ, ਜਿਹੜਾ ਸਿਧਾਂਤ ਸਾਨੂੰ ਗੁਰੂ ਦਿੰਦਾ ਹੈ, ਉਸ ਸਿਧਾਂਤ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਗੁਰੂ ਨੇ ਪਾਵਨ ਬਾਣੀ ਵਿੱਚ ਜੋ ਬਚਨ ਸਤਿਗੁਰੂ ਨੇ ਸਿੱਖ ਲਈ ਕਹੇ, ਉਹਨਾਂ ਸ਼ਬਦਾਂ ਨੂੰ ਸਮਝ ਕੇ ਉਹਨਾਂ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਲੋੜ ਹੈ। ਗੁਰੂ ਸਾਹਿਬ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਕਿ 100 ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਸਿੱਖ ਦੀ ਸਭ ਤੋਂ ਪਹਿਲੀ ਗੱਲ ਹੈ ਕਿ ਸਿੱਖ ਗੁਰੂ ਦੀ ਰਜ਼ਾ ਨੂੰ, ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ। ਬਾਣੀ ਦੇ ਬਚਨ ਨੇ ਨਿਰਗੁਣ, ਨੀਚ, ਅਨਾਥ, ਅਗਿਆਨੀ, ਕਰਮ ਧਰਮ ਨਹੀਂ ਜਾਣਾ, ਦਇਆ ਕਰੋ ਨਾਨਕ ਗੁਣ ਗਾਵੈ, ਮਿੱਠਾ ਲੱਗੈ ਤੇਰਾ ਭਾਣਾ। ਇਹ ਸਿੱਖ ਦੀ ਗੱਲ ਹੈ। ਸਿੱਖ ਉਹਦੇ ਭਾਣੇ ਵਿੱਚ ਰਹਿੰਦਾ। ਉਹ ਦੁੱਖ ਦੇਵੇ ਤਾਂ ਸਿੱਖ ਨੂੰ ਕੋਈ ਹਿਚਕਚਾਹਟ ਨਹੀਂ, ਉਹ ਸੁੱਖ ਦੇਵੇ ਸਿੱਖ ਨੂੰ ਕੋਈ ਖੁਸ਼ੀ ਨਹੀਂ। ਉਹ ਸਿੱਖ ਨੇ, ਕਿਉਂਕਿ ਗੁਰੂ ਦੇ ਬਾਣੀ ਵਿੱਚ ਗੁਰੂ ਦੇ ਸ਼ਬਦ ਪੜ੍ਹੇ ਨੇ ਕਿ ਮੇਰੇ ਰਾਮ ਰਾਏ ਜਿਉਂ ਰੱਖੈ ਤਿਉਂ ਰਹੀਐ, ਤੁਧ ਭਾਵੈ ਤਾਂ ਨਾਮ ਜਪਾਵੈ, ਸੁਖ ਤੇਰਾ ਦਿੱਤਾ ਲਹੀਐ। ਸਿੱਖ ਉਹਦੀ ਰਜ਼ਾ ਵਿੱਚ ਚੱਲਦਾ, ਉਹਦੀ ਆਗਿਆ ਵਿੱਚ ਚੱਲਦਾ। ਯਾਦ ਰੱਖੋ, ਇੱਕ ਸ਼ਬਦ ਹੈ ਅਨਿਨ ਭਗਤ। ਅਨਿਨ ਭਗਤ ਦਾ ਜਿਹੜਾ ਅਰਥ ਹੈ ਅਨੰਨਿਆ ਭਗਤ, ਕਿਸੇ ਦੂਸਰੇ ਨੂੰ ਆਪਣੀ ਨਿਗਾਹ ਦੇ ਥੱਲੇ ਨਾ ਲਿਆਉਣ ਵਾਲਾ, ਕੇਵਲ ਇੱਕ ਦਾ ਪੁਜਾਰੀ, ਉਹਨੂੰ ਕਹਿੰਦੇ ਨੇ ਅਨਿਨ ਭਗਤ। ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦੀ ਇੱਕ ਘਟਨਾ ਹੈ ਕਿ ਸਾਹਿਬ ਸਤਿਗੁਰੂ ਪਾਤਸ਼ਾਹ ਕੀਰਤਪੁਰ ਵਿੱਚ ਨਿਵਾਸ ਰੱਖ ਰਹੇ ਨੇ। ਬਨਾਰਸ ਦਾ ਇੱਕ ਬ੍ਰਾਹਮਣ
ਜਿਹਨੇ ਗੁਰੂ ਸਾਹਿਬ ਕੋਲ ਆ ਕੇ ਟਿਕਿਆ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਸ ਬ੍ਰਾਹਮਣ ਨੇ ਬੇਨਤੀ ਕੀਤੀ ਕਿ ਮਹਾਰਾਜ, ਮੇਰੇ ਕੋਲ ਇੱਕ ਗ੍ਰੰਥ ਹੈ ਤੇ ਮੈਂ ਇਹ ਚਾਹੁੰਦਾ ਹਾਂ ਕਿ ਉਸ ਗ੍ਰੰਥ ਦੀ ਕਥਾ ਆਪ ਜੀ ਨੂੰ ਸੁਣਾਈ ਜਾਵੇ। ਯਾਦ ਰੱਖਿਓ, ਜਦੋਂ ਕਿਸੇ ਧਰਮ ਲਈ ਕਿਸੇ ਦੂਸਰੇ ਦੇ ਧਰਮ ਦੇ ਗ੍ਰੰਥ ਨੂੰ ਤੁਸੀਂ ਪੜ੍ਹਦੇ ਹੋ ਤਾਂ ਉਹਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਝ ਪ੍ਰਾਪਤ ਹੋ ਸਕਦਾ ਹੈ। ਗੱਲ ਕੇਵਲ ਇੰਨੀ ਹੈ ਕਿ ਤੁਸੀਂ ਆਪਣਾ ਮਾਰਗ ਨਹੀਂ ਛੱਡਣਾ, ਪਰ ਕਿਸੇ ਦੂਜੇ ਰਸਤੇ ਦੇ ਜਾਣੂ ਹੋਣਾ ਤਾਂ ਕੋਈ ਪਾਪ ਨਹੀਂ। ਤੁਰਨਾ ਤਾਂ ਆਪਣੇ ਰਸਤੇ 'ਤੇ ਹੈ, ਗੁਰੂ ਨੇ ਆਪਣੇ ਰਸਤੇ 'ਤੇ ਚੱਲਣਾ ਹੈ, ਸਿੱਖਾਂ ਨੇ ਗੁਰੂ ਦੇ ਦੱਸੇ ਰਸਤੇ 'ਤੇ ਚੱਲਣਾ ਹੈ। ਪਰ ਜੇ ਦੂਸਰੇ ਰਸਤਿਆਂ ਦਾ ਪਤਾ ਚੱਲ ਜਾਏ ਤਾਂ ਉਹਦੇ ਵਿੱਚ ਕੋਈ ਗੁਨਾਹ ਤਾਂ ਹੈ ਨਹੀਂ। ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ ਕਿ ਤੁਸੀਂ ਕਥਾ ਸੁਣਾਓ। ਬ੍ਰਾਹਮਣ, ਜਿਸ ਦਾ ਨਾਮ ਅਨੰਨ ਭਗਤ ਹੈ, ਉਹਨੇ ਉਸ ਗ੍ਰੰਥ ਦੀ ਕਥਾ ਸ਼ੁਰੂ ਕਰ ਦਿੱਤੀ। ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ ਰਹਿ ਕੇ ਉਹ ਰੋਜ਼ਾਨਾ ਕਥਾ ਕਰਦਾ, ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ। ਗੁਰੂ ਸਾਹਿਬ ਵੀ ਸੁਣਦੇ ਅਤੇ ਸਿੱਖ ਵੀ ਬੜੇ ਧਿਆਨ ਨਾਲ ਉਸ ਕਥਾ ਨੂੰ ਸਰਵਣ ਕਰਦੇ। ਗੁਰੂ ਸਾਹਿਬ ਜੀ ਮੁੱਢ ਤੋਂ ਲੈ ਕੇ ਵਿਦਵਾਨਾਂ ਦਾ ਸਤਿਕਾਰ ਅਤੇ ਆਦਰ ਕਰਦੇ ਸਨ। ਕਥਾ ਦੀ ਸਮਾਪਤੀ ਹੋਈ ਅਤੇ ਗੁਰਦੇਵ ਪਿਤਾ ਨੇ ਉਸ ਬ੍ਰਾਹਮਣ ਨੂੰ ਬਹੁਤ ਸਾਰਾ ਧਨ, ਬਸਤਰ ਅਤੇ ਹੋਰ ਲੋੜੀਂਦਾ ਸਮਾਨ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਵਜੋਂ ਉਸ ਬ੍ਰਾਹਮਣ ਨੂੰ ਦਿੱਤਾ। ਬ੍ਰਾਹਮਣ ਨੂੰ ਜਦੋਂ ਬਹੁਤ ਕੁਝ ਪ੍ਰਾਪਤ ਹੋਇਆ, ਉਹਦੇ ਮਨ ਵਿੱਚ ਇੱਕ ਗੱਲ ਆ ਗਈ ਕਿ ਇੱਥੇ ਰਹਿ ਕੇ ਜੇ ਮੈਂ ਕਥਾ ਕਰਦਾ ਰਹਾਂ ਤਾਂ ਮੈਨੂੰ ਬਹੁਤ ਕੁਝ ਮਿਲ ਜਾਏਗਾ। ਉਹਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ। ਗੁਰੂ ਨੇ ਉਹਦਾ ਧੰਨਵਾਦ ਕੀਤਾ ਕਿ ਤੁਸੀਂ ਬਹੁਤ ਵਧੀਆ ਕਥਾ ਕੀਤੀ, ਗ੍ਰੰਥ ਤੁਹਾਡਾ ਠੀਕ ਹੈ, ਕਥਾ ਤੁਹਾਡੀ ਬਹੁਤ ਵਧੀਆ ਹੈ, ਗ੍ਰੰਥ ਠੀਕ ਹੈ, ਕਥਾ ਬਹੁਤ ਵਧੀਆ ਹੈ। ਅਤੇ ਜਦੋਂ ਪੰਡਤ ਦੀ, ਵਿਦਵਾਨ ਦੀ ਉਪਮਾ ਗੁਰੂ ਸਾਹਿਬ ਨੇ ਕੀਤੀ, ਉਹ ਕਹਿਣ ਲੱਗੇ, ਮਹਾਰਾਜ, ਇਸ ਤੋਂ ਵੀ ਇੱਕ ਅਦਭੁਤ ਗ੍ਰੰਥ ਬਨਾਰਸ ਵਿੱਚ ਪਿਆ ਹੈ ਮੇਰੇ ਪਾਸ, ਉਸ ਦੀ ਕਥਾ ਤੁਸੀਂ ਸੁਣੋ ਤਾਂ ਇਸ ਤੋਂ ਵੀ ਅਦਭੁਤ ਹੈ। ਗੁਰੂ ਸਾਹਿਬ ਕਹਿਣ ਲੱਗੇ, ਜ਼ਰੂਰ ਸੁਣਾਓ। ਕਹਿਣ ਲੱਗਾ, ਉਹ ਗ੍ਰੰਥ ਲੈਣ ਜਾਣਾ ਪਏਗਾ। ਗੁਰੂ ਸਾਹਿਬ ਕਹਿਣ ਲੱਗੇ, ਲੈਣ ਚਲੇ ਜਾਓ, ਤੁਹਾਡਾ ਲੜਕਾ ਹੈ, ਇਸ ਨੂੰ ਭੇਜ ਦਿਓ। ਬ੍ਰਾਹਮਣ ਨੇ ਸਤਵਚਨ ਕਿਹਾ। ਗੁਰੂ ਸਾਹਿਬ ਨੇ ਰਸਤੇ ਦਾ ਖਰਚਾ ਦਿੱਤਾ, ਰਸਦ ਦਿੱਤੀ, ਨਾਲ ਸੂਰਮੇ ਸਿੱਖ ਦਿੱਤੇ ਰਖਵਾਲੀ ਲਈ। ਪਰ ਕੱਲ੍ਹ ਨੂੰ ਜਿਵੇਂ ਬ੍ਰਾਹਮਣ ਦੇ ਬੇਟੇ ਨੇ ਜਾਣਾ ਹੈ, ਅਤੇ ਅੱਜ ਉਸ ਬ੍ਰਾਹਮਣ ਨੇ ਹਵਨ ਸ਼ੁਰੂ ਕਰ ਦਿੱਤਾ ਕਿ ਕੱਲ੍ਹ ਨੂੰ ਮੇਰੇ ਲੜਕੇ ਨੇ ਰਸਤੇ 'ਤੇ ਲੰਬੇ ਪੈਂਡੇ 'ਤੇ ਜਾਣਾ ਹੈ, ਇਸ ਕਰਕੇ ਕੋਈ ਬਾਧਾ ਨਾ ਆਏ ਤਾਂ ਮੈਂ ਹਵਨ ਕਰਨਾ ਹੈ। ਗੁਰੂ ਸਾਹਿਬ ਕਿਹਾ, ਕਰ ਲਓ। ਪੂਰੀ ਰਾਤ ਬ੍ਰਾਹਮਣ ਜਾਗ ਕੇ ਮੰਤਰਾਂ ਦਾ ਉਚਾਰਨ ਕਰਦਾ ਰਿਹਾ। ਦਿਨ ਚੜ੍ਹਿਆ। ਜਦੋਂ ਤਿਆਰੀ ਹੋਣ ਲੱਗੀ, ਉਹ ਲੜਕਾ ਤਿਆਰ ਹੋ ਕੇ ਆਪਣੇ ਪਿਤਾ ਨੂੰ, ਗੁਰਦੇਵ ਪਾਤਸ਼ਾਹ ਨੂੰ ਨਮਸਕਾਰ ਕਰਕੇ ਜਾਣ ਲੱਗਿਆ ਤਾਂ ਖੋਤੇ ਨੇ ਕੰਨ ਹਿਲਾ ਦਿੱਤੇ। ਬ੍ਰਾਹਮਣ ਕਹਿਣ ਲੱਗਾ, ਰੁਕ ਜਾਓ, ਅੱਜ ਨਹੀਂ ਜਾਣਾ। ਗੁਰੂ ਸਾਹਿਬ ਕਹਿਣ ਲੱਗੇ, ਕਿਉਂ? ਕਹਿਣ ਲੱਗਾ, ਬਦਸ਼ਗਨੀ ਹੋ ਗਈ। ਗੁਰੂ ਸਾਹਿਬ ਕਹਿਣ ਲੱਗੇ, ਪੰਡਿਤ ਜੀ,
ਤੁਸੀਂ ਰਾਤ ਭਰ ਵੇਦਾਂ ਦੇ ਮੰਤਰਾਂ ਦਾ ਉਚਾਰਨ ਕਰਦੇ ਰਹੇ ਹੋ, ਤੁਹਾਨੂੰ ਮੈਂ ਨਾਲ ਜਾਣ ਲਈ ਰਾਸ਼ਨ ਦਿੱਤਾ ਹੈ, ਸਿੰਘ ਦਿੱਤੇ ਨੇ, ਰਸਤੇ ਦਾ ਖਰਚਾ ਦਿੱਤਾ ਹੈ, ਤੁਹਾਡੇ ਘਰ ਲਈ ਵਸਤੂਆਂ ਦਿੱਤੀਆਂ ਨੇ। ਸਿੰਘ ਇਹਦੇ ਨਾਲ ਜਾਣਗੇ, ਸਿੱਖ ਵਾਪਸ ਆਉਣਗੇ, ਆਪਦਾ ਕੀ ਆ ਜਾਏਗੀ? ਕਹਿਣ ਲੱਗਾ ਨਹੀਂ। ਗੁਰੂ ਸਾਹਿਬ ਕਹਿਣ ਲੱਗੇ ਪੰਡਿਤ ਜੀ, ਫਿਰ ਅਨੰਨ ਭਗਤ ਨਾਮ ਰਖਾਉਣ ਨਾਲ ਕੋਈ ਅਨੰਨ ਭਗਤ ਨਹੀਂ ਬਣਦਾ। ਤੁਹਾਡਾ ਨਾਮ ਅਨੰਨ ਭਗਤ ਹੈ, ਪਰ ਤੁਹਾਨੂੰ ਤੁਹਾਡੇ ਧਰਮ ਦੇ ਗ੍ਰੰਥਾਂ 'ਤੇ ਇਤਬਾਰ ਨਹੀਂ। ਉਹਨਾਂ ਦੇ ਮੰਤਰ ਪੜ੍ਹੇ, ਹਵਨ ਕੀਤਾ, ਤਾਂ ਫਿਰ ਵੀ ਤੁਸੀਂ ਕਹਿੰਦੇ ਹੋ ਖੋਤੇ ਦੇ ਕੰਨ ਹਿੱਲੇ, ਅਤੇ ਤੁਸੀਂ ਕਿਹਾ ਨਹੀਂ ਇਹ ਕੰਮ ਨਹੀਂ ਹੋ ਸਕਦਾ ਕਿਉਂਕਿ ਬਦਸ਼ਗਨੀ ਹੋ ਗਈ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਮੈਂ ਤੁਹਾਨੂੰ ਦੱਸਦਾ ਕਿ ਅਨੰਨ ਭਗਤ ਕੀ ਹੁੰਦਾ ਹੈ। ਇੱਕ ਸਿੱਖ ਨੂੰ ਬੁਲਾਇਆ, ਆਓ। ਸਿੱਖ ਆ ਗਿਆ। ਗੁਰੂ ਸਾਹਿਬ ਕਹਿਣ ਲੱਗੇ ਇਹ ਇੱਕ ਟਕਾ ਹੈ, ਇਹ ਟਕਾ ਲੈ ਜਾਓ ਅਤੇ ਸੰਗਲਾ ਦੀਪ ਵਿੱਚ ਚਲੇ ਜਾਓ। ਉੱਥੇ ਰਾਜੇ ਦੇ ਪਾਸ ਇੱਕ ਪ੍ਰਾਣ ਸੰਗਲੀ ਨਾਮ ਦੀ ਪੋਥੀ ਪਈ ਹੈ, ਉਹ ਲੈ ਕੇ ਆਓ। ਸਿੱਖ ਨੇ ਗੁਰੂ ਦੀ ਬਖਸ਼ਿਸ਼ ਟਕਾ ਦੋਵੇਂ ਹੱਥ ਪਸਾਰ ਕੇ ਲਿਆ, ਗੁਰੂ ਨੂੰ ਨਮਸਕਾਰ ਕੀਤੀ, ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਇਹ ਕਾਰਜ ਤੁਸੀਂ ਆਪ ਹੀ ਸਿਰ 'ਤੇ ਹੱਥ ਰੱਖ ਕੇ ਕਰਾ ਲੈਣਾ ਹੈ। ਸਿੱਖ ਨੇ ਦੂਜਾ ਸਵਾਲ ਨਹੀਂ ਕੀਤਾ, ਗੁਰੂ ਨੂੰ ਨਮਸਕਾਰ ਕੀਤੀ ਅਤੇ ਸਿੱਖ ਆਪਣੇ ਰਸਤੇ 'ਤੇ ਪੈ ਗਿਆ। ਗੁਰੂ ਸਾਹਿਬ ਉਸ ਬ੍ਰਾਹਮਣ ਨੂੰ ਕਹਿਣ ਲੱਗੇ ਇਸ ਦਾ ਨਾਮ ਹੈ ਅਨੰਨ ਭਗਤ। ਇਹਨੇ ਨਹੀਂ ਪੁੱਛਿਆ ਕਿ ਮੇਰੇ ਕੋਲ ਤੁਸੀਂ 2 ਪੈਸੇ ਦਿੱਤੇ ਨੇ, 1 ਟਕਾ ਦਿੱਤਾ ਹੈ, ਇਸ ਟਕੇ ਨਾਲ ਮੈਂ ਰਸਤੇ ਦਾ ਪੈਂਡਾ ਵੀ ਕਰਨਾ ਹੈ, ਮੈਨੂੰ ਕਿਤੇ ਕਿਸੇ ਚੀਜ਼ ਦੀ ਸਵਾਰੀ ਵੀ ਲੈਣੀ ਪੈਗੀ, ਮੈਨੂੰ ਭੁੱਖ ਲੱਗ ਸਕਦੀ, ਭੋਜਨ ਵੀ ਚਾਹੀਦਾ ਹੈ, ਕਿੰਨਾ ਸਮਾਂ ਲੱਗੇਗਾ, ਤਨ ਦੇ ਕੱਪੜੇ ਵੀ ਫਟ ਸਕਦੇ ਨੇ, ਉਹ ਵੀ ਚਾਹੀਦੇ ਨੇ, 1 ਟਕੇ ਨਾਲ ਕੀ ਹੋਏਗਾ? ਸਿੱਖ ਨੇ ਕੋਈ ਸਵਾਲ ਨਹੀਂ ਕੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਇਹ ਸਿੱਖ ਪ੍ਰਾਣ ਸੰਗਲੀ ਪੋਥੀ ਲੈ ਕੇ ਆਏਗਾ, ਇਹਦਾ ਨਾਂ ਹੈ ਅਨੰਨ ਭਗਤੀ। ਗੁਰੂ ਸਾਹਿਬ ਨੇ ਬਾਣੀ ਵਿੱਚ ਸਿੱਖ ਦੇ ਜੀਵਨ ਸੰਬੰਧੀ ਕੁਝ ਗੱਲਾਂ ਕਹੀਆਂ ਕਿ ਸਿੱਖ ਕਿਹੋ ਜਿਹਾ ਹੋਵੇ, ਸਿੱਖ ਕਿਸ ਨੂੰ ਕਹਿੰਦੇ ਨੇ। ਯਾਦ ਰੱਖੋ, ਅਗਰ ਤੁਸੀਂ ਗੁਰੂ ਦੀ ਗੱਲ ਵੱਲ ਧਿਆਨ ਦਿਓਗੇ ਅਤੇ ਆਪਣੀ ਸਿੱਖੀ ਵੱਲ, ਆਪਣੀ ਸੋਚ ਵੱਲ, ਆਪਣੇ ਰੋਜ਼ਮर्रा ਦੇ ਜੀਵਨ ਵੱਲ ਧਿਆਨ ਦਿਓਗੇ ਅਤੇ ਗੁਰੂ ਦੀ ਪਵਿੱਤਰ ਬਾਣੀ ਨੂੰ ਸੁਣ ਕੇ ਜਦੋਂ ਗੁਰੂ ਸਿੱਖੀ ਦੀ ਗੱਲ ਕਰੇਗਾ ਤਾਂ ਸਾਡਾ ਸਿਰ ਆਪਣੇ ਆਪ ਸ਼ਰਮ ਨਾਲ ਝੁਕ ਜਾਏਗਾ ਕਿ ਮੈਂ ਤਾਂ, ਮੇਰੇ 'ਤੇ ਤਾਂ ਇੱਕ ਬਚਨ ਵੀ ਗੁਰੂ ਦਾ ਨਹੀਂ ਘਟਦਾ, ਮੈਂ ਸਿੱਖ ਕਿਵੇਂ ਹੋ ਗਿਆ। ਆਪਣੇ ਆਪ ਨੂੰ ਧਰਖਾਰ ਦਿਓਗੇ ਕਿ ਮੈਂ ਸਿੱਖ ਨਹੀਂ ਹਾਂ, ਸਿੱਖ ਲਈ ਤਾਂ ਗੁਰੂ ਕਿੰਨਾ ਕੁਝ ਕਹਿੰਦਾ ਹੈ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਬਚਨ ਜੋ ਗੁਰੂ ਨੇ ਸਿੱਖ ਲਈ ਕਹੇ ਕਿ ਜਿਹੜਾ ਸਿੱਖ ਅਖਵਾਉਂਦਾ ਹੈ, ਜਿਹਨੂੰ ਲੋਕ ਸਿੱਖ ਆਖਦੇ ਨੇ, ਉਹਦੇ ਜਿਹੜੇ ਕਰਮ ਨੇ ਉਹ ਕੀ ਨੇ? ਕਿਉਂਕਿ ਕਰਮਾਂ ਦਾ ਨਾਮ ਹੈ ਨਾ। ਕਰਮ ਕਹਾਣੀ ਤੁਸੀਂ ਪਾਉਂਦੇ ਹੋ ਨਾ ਕਿ ਸ਼ਕਲ ਮੋਮਨਾਂ ਦੀ ਅਤੇ ਕੰਮ ਕਾਫਰਾਂ ਦੇ। ਕਰਮ ਪ੍ਰਧਾਨ ਨੇ। ਜੇ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜਿਹੜਾ ਧਰਮ ਦੇ ਕਰਮ ਕਰਦਾ ਹੈ ਲੋਕ ਉਹਨੂੰ ਕਹਿੰਦੇ ਨੇ ਬੜਾ ਧਰਮੀ ਹੈ, ਅਤੇ ਜਿਹੜਾ ਪਾਪ ਦੇ ਕਰਮ ਕਰਦਾ ਹੈ ਲੋਕ ਉਹਨੂੰ ਕਹਿੰਦੇ ਨੇ ਬੜਾ ਪਾਪੀ ਹੈ। ਧਰਮੀ ਗਵਾਉਂਦਾ ਕੁਝ ਨਹੀਂ ਅਤੇ ਪਾਪੀ ਖੱਟਦਾ ਕੁਝ ਨਹੀਂ। ਯਾਦ ਰੱਖਿਓ,
ਪਰ ਦੋਵੇਂ ਉਹਨਾਂ ਦੇ ਕਰਮ ਕਰਕੇ ਉਹਨਾਂ ਦੇ ਨਾਮ ਪੈ ਗਏ। ਇੱਕ ਵਿਅਕਤੀ ਦਾਨ ਕਰਦਾ ਹੈ, ਲੋਕ ਉਹਨੂੰ ਕਹਿੰਦੇ ਨੇ ਬੜਾ ਦਾਨੀ ਹੈ। ਇੱਕ ਵਿਅਕਤੀ ਮਿੱਠਾ ਬੋਲਦਾ ਹੈ, ਲੋਕ ਉਹਨੂੰ ਕਹਿੰਦੇ ਨੇ ਬੜਾ ਚੰਗਾ ਹੈ, ਇਹਦਾ ਸੁਭਾਅ ਬੜਾ ਚੰਗਾ ਹੈ, ਬੜਾ ਮਿੱਠ ਬੋਲੜਾ ਹੈ। ਯਾਦ ਰੱਖਿਓ, ਸਿੱਖ ਦੇ ਕਰਮ ਕੈਸੇ ਹੋਣੇ ਚਾਹੀਦੇ ਨੇ, ਕਿਉਂਕਿ ਸਿੱਖ ਕਰਮਾਂ ਦੇ ਆਧਾਰਿਤ ਹੈ। ਜੇ ਕਬੀਰ ਜੀ ਦੀ ਪਾਵਨ ਬਾਣੀ ਵਿੱਚ ਇਹ ਗੱਲ ਆਉਂਦੀ ਹੈ ਕਿ ਬ੍ਰਾਹਮਣ ਦੇ ਘਰ ਜਨਮੇ ਹੋਏ ਬੱਚੇ ਨੂੰ ਮੈਂ ਬ੍ਰਾਹਮਣ ਨਹੀਂ ਕਹਾਂਗਾ, ਮੈਂ ਬ੍ਰਾਹਮਣ ਉਸ ਨੂੰ ਕਹਾਂਗਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਇਵੇਂ ਹੀ ਸਾਨੂੰ ਸਮਝਣਾ ਪਏਗਾ ਕਿ ਸਿੱਖ ਦੇ ਘਰ ਜਨਮ ਕੇ ਵੀ ਕੋਈ ਸਿੱਖ ਨਹੀਂ, ਕਿਉਂਕਿ ਉਹਦਾ ਜੀਵਨ ਦੱਸੇਗਾ ਕਿ ਉਹਦਾ ਜੀਵਨ ਗੁਰੂ ਦੀ ਕਸਵੱਟੀ 'ਤੇ ਪੂਰਾ ਉਤਰਦਾ ਹੈ। ਜਿਹੜੀ ਪਰਿਭਾਸ਼ਾ ਸਿੱਖ ਦੀ ਗੁਰੂ ਨੇ ਕਹੀ ਹੈ, ਅਗਰ ਉਸ 'ਤੇ ਪੂਰਾ ਉਤਰਦਾ ਹੈ ਤਾਂ ਸਿੱਖ ਹੈ, ਅਤੇ ਨਹੀਂ ਫਿਰ ਉਹਨੂੰ ਅਜੇ ਸਿੱਖਣ ਲਈ ਬਹੁਤ ਕੁਝ ਬਾਕੀ ਹੈ। ਉਹਨੂੰ ਸਿੱਖਣਾ ਪਏਗਾ, ਅਤੇ ਜਦੋਂ ਸਿੱਖ ਗਿਆ ਤਾਂ ਫਿਰ ਸਿੱਖ ਬਣ ਜਾਏਗਾ। ਗੁਰਦੇਵ ਪਿਤਾ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਗੁਰੂ ਦਾ ਸਿੱਖ ਜਿਹੜਾ ਅਖਵਾਉਂਦਾ ਹੈ, ਸੋ ਭਲ ਕੇ ਉੱਠ ਹਰ ਨਾਮ ਤੇ ਆਵੇ। ਉਹ ਜਾਗੇ, ਜਦੋਂ ਜਾਗਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰੇ। ਯਾਦ ਰੱਖਿਓ, ਅਸੀਂ ਸ਼ਬਦ ਪੜ੍ਹਦੇ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਮਹਾਰਾਜਾ ਪਟਿਆਲੇ ਦੇ ਘਰ ਵਿੱਚ ਦੀਵਾਨ ਸਜੇ। ਅੰਮ੍ਰਿਤ ਵੇਲੇ ਇੱਕ ਦਿਨ ਆਪ ਦਿਸ਼ਾ ਜਾਣ ਲੱਗੇ ਅਤੇ ਰਾਜੇ ਦੇ ਪਾਸ ਉਹ ਜਿਹੜਾ ਬਰਤਨ ਸੀ, ਜਿਹਨੂੰ ਲੋਕ ਪੁਰਾਣੇ ਸਮਿਆਂ ਵਿੱਚ ਪੁਰਾਣੇ ਸੰਤ ਰੱਖਦੇ ਸਨ, ਇੱਕ ਗੋਲ ਆਕਾਰ ਦਾ ਜਿਹਦੇ ਉੱਪਰ ਕੁੰਡਾ ਲੱਗਿਆ ਹੁੰਦਾ, ਉਹਨੂੰ ਗੜਵਾ ਕਹਿੰਦੇ ਸਨ। ਉਹ ਜਲ ਦਾ ਗੜਵਾ ਜਿਹੜਾ ਸੀ ਉਹ ਰਾਜੇ ਨੇ ਪਕੜਿਆ ਸੀ ਅਤੇ ਅੰਮ੍ਰਿਤ ਵੇਲੇ ਮਹਾਂਪੁਰਸ਼ਾਂ ਦੇ ਨਾਲ ਜਾ ਰਿਹਾ ਸੀ। ਰਾਤ ਦੇ ਦੀਵਾਨ ਤੋਂ ਬਾਅਦ ਗਰਮੀ ਦੇ ਦਿਨਾਂ ਵਿੱਚ ਜਦੋਂ ਬਾਬਾ ਜੀ ਦੇ ਨਾਲ ਦੇ ਬਿਹੰਗਮ ਅਤੇ ਰਾਜੇ ਦੇ ਲੋਕ ਥੱਕੇ ਥਕਾਏ ਇੱਕੇ ਜਗ੍ਹਾ 'ਤੇ ਸਭ ਪਏ ਸਨ, ਅਤੇ ਰਾਜੇ ਦੇ ਮਨ ਵਿੱਚ ਇੱਕ ਗੱਲ ਆ ਗਈ। ਕਹਿਣ ਲੱਗਾ, ਬਾਬਾ ਜੀ, ਮਹਾਰਾਜ ਜੀ ਹੁਣੇ ਸੁੱਤੇ ਨੇ ਅਤੇ ਸਾਰੇ ਇੱਕੋ ਜਿਹੇ ਨੇ, ਇਹਨਾਂ ਵਿੱਚ ਕੋਈ ਫਰਕ ਤਾਂ ਨਹੀਂ ਨਾ ਸੁੱਤਿਆਂ ਵਿੱਚ। ਸੰਤ ਮਹਾਰਾਜ ਸੰਤ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ, ਭਾਈ ਫਰਕ ਹੈ। ਕਹਿਣ ਲੱਗਾ, ਕੋਈ ਫਰਕ ਨਹੀਂ ਹੈ, ਸਭ ਸੁੱਤੇ ਨੇ, ਕੋਈ ਫਰਕ ਨਹੀਂ। ਉਹ ਕਹਿਣ ਲੱਗੇ, ਫਰਕ ਹੈ ਰਾਜੇ। ਕਹਿਣ ਲੱਗਾ, ਮਹਾਰਾਜ ਦਿਸਦਾ ਤਾਂ ਹੈ ਨਹੀਂ ਕੋਈ ਫਰਕ। ਕਹਿੰਦੇ, ਗੜਵਾ ਫੜਾ ਮੈਨੂੰ। ਰਾਜੇ ਨੇ ਗੜਵਾ ਮਹਾਂਪੁਰਸ਼ਾਂ ਨੂੰ ਫੜਾ ਦਿੱਤਾ ਅਤੇ ਮਹਾਂਪੁਰਸ਼ਾਂ ਗੜਵਾ ਲੈ ਕੇ ਉਹਦੇ ਵਿੱਚ ਹੱਥ ਪਾ ਕੇ ਜਲ ਕੱਢ ਕੇ ਆਪਣੇ ਇੱਕ ਬਿਹੰਗਮ ਦੇ ਮੂੰਹ 'ਤੇ ਛੱਟਾ ਮਾਰਿਆ ਜਾਂਦਾ। ਉਹ ਜਦੋਂ ਉੱਠਿਆ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਕਰਦਾ ਜਾਗਿਆ। ਜਦੋਂ ਉਹਨਾਂ ਨੇ ਰਾਜੇ ਦੇ ਕਿਸੇ ਕਰਿੰਦੇ ਦੇ ਉੱਤੇ ਉਵੇਂ ਹੀ ਜਲ ਲੈ ਕੇ ਮਾਰਿਆ ਅਤੇ ਉਹਨੇ ਉੱਠਦਿਆਂ ਗਾਲ ਕੱਢ ਦਿੱਤੀ ਕਿ ਕੌਣ ਹੈ? ਮਹਾਂਪੁਰਖ ਕਹਿਣ ਲੱਗੇ, ਇੰਨਾ ਫਰਕ ਹੈ। ਜੇ ਰੱਬ ਦੇ ਪਿਆਰੇ ਸੌਂਦੇ ਨੇ ਤਾਂ ਵੀ ਈਸ਼ਵਰ ਨਾਲ ਜੁੜੇ ਹੋਏ, ਅਤੇ ਜੇ ਜਾਗਦੇ ਨੇ ਤਾਂ ਵੀ ਈਸ਼ਵਰ ਨਾਲ ਜੁੜੇ ਹੋਏ। ਧੰਨ ਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਖੜਾ ਗੁਰਮੁਖ ਹਰ ਨਾਮ ਬੋਲੇ, ਜਾਂ ਬਹਿ ਗੁਰਮੁਖ ਤਾਂ ਹਰ ਹਰ ਕਹਿਆ। ਜੇ ਉਹ ਖੜੇ ਹੁੰਦੇ ਨੇ ਤਾਂ ਵੀ ਵਾਹਿਗੁਰੂ ਦਾ ਨਾਮ ਲੈਂਦੇ ਨੇ, ਜੇ ਬੈਠਦੇ ਨੇ ਤਾਂ ਵੀ ਵਾਹਿਗੁਰੂ ਦਾ ਨਾਮ ਲੈਂਦੇ ਨੇ।
ਗੁਰੂ ਸਾਹਿਬ ਦੇ ਹੁਕਮ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਪ੍ਰਭਾਤ ਉਹ ਵੇਲਾ ਜਦੋਂ ਚਿੜੀ ਚਹਕੀ, ਪਉ ਫੁੱਟੀ, ਵਗਣ ਬਹੁਤ ਤਰੰਗ, ਉਹਨੂੰ ਪ੍ਰਭਾਤ ਵੇਲਾ ਕਹਿੰਦੇ ਨੇ, ਜਿਹਨੂੰ ਤੁਸੀਂ ਅੰਮ੍ਰਿਤ ਵੇਲਾ ਕਹਿੰਦੇ। ਉਹ ਵੇਲਾ ਜਦੋਂ ਕੁਝ ਰਾਤ ਬਾਕੀ ਹੈ, ਸੰਸਾਰ ਦੇ ਲੋਕ ਸੁੱਤੇ ਹੋਏ ਨੇ, ਸੰਸਾਰੀ ਲੋਕ ਕੰਮ ਧੰਦੇ ਕਰਕੇ ਆ ਕੇ ਥੱਕੇ ਮਾਂਦੇ ਸੌਂ ਰਹੇ ਨੇ, ਅਤੇ ਰੱਬ ਦੇ ਪਿਆਰੇ ਉਸ ਵੇਲੇ ਉੱਠ ਕੇ ਉਸ ਵੇਲੇ ਦਾ ਲਾਹਾ ਲੈਂਦੇ ਨੇ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਪਿਆ ਨਹੀਂ ਰਹੇ, ਸਰੀਰ ਵਿੱਚ ਬਲ ਹੈ ਤਾਂ ਫਿਰ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਦੋ ਸ਼ਬਦ ਨੇ, ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਇਹਨੂੰ ਸਮਝਣਾ ਪਏਗਾ। ਇਸ਼ਨਾਨ ਕਰੈ ਸਰੀਰ ਦਾ, ਸਰੀਰ ਦਾ ਇਸ਼ਨਾਨ ਕਰਕੇ ਅੰਮ੍ਰਿਤ ਸਰ ਨਹਾਵੈ। ਅੰਮ੍ਰਿਤ ਦਾ ਸਰੋਵਰ, ਉਹਦੇ ਵਿੱਚ ਨਹਾਵੈ, ਇਸ਼ਨਾਨ ਕਰੇ। ਹੁਣ ਤੁਸੀਂ ਸੋਚੋਗੇ ਮੈਂ ਨਿਊਜ਼ੀਲੈਂਡ ਵਿੱਚ ਬੈਠਾ, ਇੱਥੇ ਅੰਮ੍ਰਿਤਸਰ ਵਿੱਚ ਮੈਂ ਕਿਵੇਂ ਇਸ਼ਨਾਨ ਕਰਾਂਗਾ। ਪੁਰਾਣੇ ਕਈ ਲੋਕ ਐਸੇ ਅਰਥ ਕਰਦੇ ਕਿ ਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ ਹੈ, ਅੰਮ੍ਰਿਤਸਰ ਸਰੋਵਰ ਵਿੱਚ ਨਹਾਉਣ ਦਾ ਫਲ ਮਿਲਦਾ। ਨਹੀਂ, ਐਸਾ ਨਹੀਂ ਹੈ। ਇਸ਼ਨਾਨ ਕਰੈ ਅੰਮ੍ਰਿਤ ਸਰ ਨਹਾਵੈ। ਅੰਮ੍ਰਿਤ ਕੀ ਹੈ? ਈਸ਼ਵਰ ਦਾ ਨਾਮ। ਅੰਮ੍ਰਿਤ ਦਾ ਨਿਵਾਸ ਕਿੱਥੇ ਹੈ? ਆਓ ਆਪਾਂ ਪੜ੍ਹੀਏ ਕਿ ਉਹ ਨਾਮ ਕਿੱਥੇ ਨਿਵਾਸ ਰੱਖਦਾ ਹੈ। ਪਹਿਲਾਂ ਮੈਂ 2 ਵਾਰ ਬੋਲਾਂਗਾ, ਪਿੱਛੇ ਆਪ ਜੀ ਸਾਰਿਆਂ ਕਿਰਪਾ ਕਰਨੀ। ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ, ਅੰਮ੍ਰਿਤ ਪ੍ਰਭ ਕਾ ਨਾਮ, ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ, ਅੰਮ੍ਰਿਤ ਪ੍ਰਭ ਕਾ ਨਾਮ। ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ, ਅੰਮ੍ਰਿਤ ਪ੍ਰਭ ਕਾ ਨਾਮ, ਅੰਮ੍ਰਿਤ ਪ੍ਰਭ ਕਾ ਨਾਮ ਨੌ ਨਿਧ, ਅੰਮ੍ਰਿਤ ਪ੍ਰਭ ਕਾ ਨਾਮ। ਉਹ ਜਿਹੜਾ ਅੰਮ੍ਰਿਤ ਹੈ, ਨਵਨਿਧੀਆਂ 18 ਸਿੱਧੀਆਂ ਨਾਲ ਪਰਿਪੂਰਨ ਜੋ ਅੰਮ੍ਰਿਤ ਹੈ, ਪ੍ਰਭੂ ਦਾ ਨਾਮ, ਉਹਦਾ ਨਿਵਾਸ ਕਿੱਥੇ ਹੈ? ਦੇਹੀ ਮੈਂ ਇਸਕਾ ਵਿਸਰਾਮ। ਤੁਹਾਡੇ ਸਰੀਰ ਵਿੱਚ ਉਹ ਟਿਕਿਆ ਹੋਇਆ ਹੈ। ਉਸ ਅੰਮ੍ਰਿਤ ਵਿੱਚ ਨਹਾਵੈ। ਯਾਦ ਰੱਖਿਓ, ਸਰੀਰ ਨੇ ਨਹਾਉਣਾ ਅਤੇ ਜਲ ਬਾਹਰ ਹੈ, ਸਰੀਰ ਵੀ ਬਾਹਰ ਹੈ। ਨਹਾਉਣ ਦੇ ਸਾਰੇ ਸਾਧਨ ਬਾਹਰ ਨੇ। ਸਰੀਰ ਮੈਲਾ ਹੈ, ਤੁਸੀਂ ਦਿਨ ਵਿੱਚ ਕਈ ਵਾਰ ਧੋ ਸਕਦੇ ਹੋ। ਸਰੀਰ ਦੀ ਮੈਲ ਨਾਲ ਕਿਸੇ ਦੂਸਰੇ ਨੂੰ ਕੋਈ ਤਕਲੀਫ ਨਹੀਂ ਹੁੰਦੀ। ਸਰੀਰ ਦੀ ਮੈਲ ਨਾਲ ਤੁਹਾਨੂੰ ਖੁਦ ਤਕਲੀਫ ਹੋਏਗੀ। ਤੁਹਾਡੇ ਖੁਜਲੀ ਹੋਏਗੀ, ਤੁਹਾਡੇ ਕੱਪੜੇ ਗੰਦੇ ਹੋ ਜਾਣਗੇ, ਤੁਹਾਡੇ ਸਰੀਰ ਵਿੱਚੋਂ ਬਦਬੂ ਆਏਗੀ, ਤੁਹਾਨੂੰ ਜ਼ਿਆਦਾ ਤਕਲੀਫ ਹੋਏਗੀ। ਪਰ ਯਾਦ ਰੱਖਿਓ, ਜੇ ਮਨ ਮੈਲਾ ਹੈ ਤਾਂ ਸਰੀਰ ਨੂੰ ਧੋਣ ਨਾਲ ਮਨ ਪਵਿੱਤਰ ਨਹੀਂ ਹੁੰਦਾ। ਬਾਣੀ ਦੇ ਬਚਨ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਮਨ ਮੈਲਾ ਤਾਂ ਵਿਚਾਰ ਮੈਲੇ ਨੇ, ਵਿਚਾਰ ਮੈਲੇ ਨੇ ਤਾਂ ਆਚਾਰ ਮੈਲਾ। ਆਚਾਰ ਦਾ ਮਤਲਬ ਹੈ ਆਚਰਣ।
ਤੇ ਆਚਾਰ ਮੈਲਾ ਹੈ ਤਾਂ ਵਿਵਹਾਰ ਮੈਲਾ ਹੋ ਜਾਂਦਾ ਹੈ। ਇਸ ਕਰਕੇ ਉਹ ਅੰਦਰ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ ਉਹਦੇ ਵਿੱਚ ਮਨ ਦਾ ਇਸ਼ਨਾਨ ਕਰਨਾ। ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਸਰੀਰ ਦਾ ਇਸ਼ਨਾਨ ਕਰਨਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਆਪਣਾ ਇਸ਼ਨਾਨ ਕਰਨਾ ਹੈ। ਆਪਣਾ ਇਸ਼ਨਾਨ, ਕਿਉਂਕਿ ਤੁਸੀਂ ਸਰੀਰ ਨਹੀਂ ਹੋ, ਤੁਸੀਂ ਇਸ ਸਰੀਰ ਵਿੱਚ ਰਹਿਣ ਵਾਲੇ ਹੋ, ਸਰੀਰ ਨਹੀਂ ਹੋ। ਪਰ ਅਫਸੋਸ ਇਸ ਗੱਲ ਦਾ ਹੈ ਕਿ ਵਿਅਕਤੀ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੈਂ ਇਸ ਸਰੀਰ ਵਿੱਚ ਰਹਿਣ ਵਾਲਾ ਹਾਂ, ਸਰੀਰ ਮੇਰਾ ਹੈ। ਕਦੇ ਕਦੇ ਜਦੋਂ ਬਹੁਤਾ ਥੱਕ ਜਾਏ, ਘਰ ਵਿੱਚ ਥੱਕਿਆ ਟੁੱਟਿਆ ਆਉਂਦਾ ਹੈ, ਅਤੇ ਫਿਰ ਉਸ ਦਿਨ ਇਸ ਦੀ ਮਲਕੀਅਤ ਇਸ ਨੂੰ ਯਾਦ ਆਉਂਦੀ, ਕਹਿੰਦਾ ਅੱਜ ਮੇਰਾ ਸਾਰਾ ਸਰੀਰ ਟੁੱਟਿਆ ਪਿਆ। ਕਹਿੰਦਾ ਨਾ, ਮੇਰਾ ਸਾਰਾ ਸਰੀਰ, ਮੈਂ ਸਰੀਰ ਨਹੀਂ ਹਾਂ, ਸਰੀਰ ਮੇਰਾ ਹੈ। ਸਰੀਰ ਨੂੰ ਤਾਂ ਇਸ਼ਨਾਨ ਕरै ਤੁਸਾਂ ਕਰ ਲਿਆ, ਪਰ ਨਾਲ ਗੁਰੂ ਤੁਹਾਨੂੰ ਕਹਿ ਰਿਹਾ ਅੰਮ੍ਰਿਤ ਸਰ ਨਾਵੈ। ਅੰਮ੍ਰਿਤ ਦੇ ਸਰੋਵਰ ਵਿੱਚ ਟੁੱਬੀਆਂ ਲਾਉਣੀਆਂ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨਾ ਹੈ। ਉਹ ਇਸ਼ਨਾਨ ਕੀ ਹੈ? ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਗੁਰੂ ਦੇ ਉਪਦੇਸ਼ ਨੂੰ ਸਰਵਣ ਕਰਕੇ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਅਤੇ ਜਦੋਂ ਜਪ ਜਪੇਗਾ ਫਿਰ ਕੀ ਹੋਏਗਾ? ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਸਾਰੇ ਪਾਪ, ਸਾਰੇ ਦੋਖ ਦਾ ਅਰਥ ਹੈ ਦੋਸ਼। ਦੋਸ਼ ਕਹਿੰਦੇ ਨੇ ਗੁਨਾਹ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਜਦੋਂ ਤੂੰ ਨਾਮ ਜਪੇਗਾ ਤਾਂ ਤੇਰੇ ਸਾਰੇ ਦੇ ਸਾਰੇ ਪਾਪ, ਤੇਰੇ ਗੁਨਾਹ ਅਕਾਲ ਪੁਰਖ ਵਾਹਿਗੁਰੂ ਖਤਮ ਕਰ ਦੇਗਾ। ਉਹ ਨਹੀਂ ਰਹਿਣਗੇ ਤੇਰੇ ਨਾਲ। ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ। ਅਤੇ ਜੇ ਤੂੰ ਸਿੱਖ ਹੈ ਤਾਂ ਤੇਰਾ ਕਰਮ ਹੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਹੁਣ ਇੱਥੇ ਆ ਕੇ ਤੁਸੀਂ ਰੁਕ ਜਾਓਗੇ ਕਿ ਗੁਰਬਾਣੀ ਗਾਵੇ ਕਿਵੇਂ? ਇਹ ਤਾਂ ਰਾਗੀ ਸਿੰਘ ਗਾ ਸਕਦੇ ਨੇ, ਅਸੀਂ ਥੋੜ੍ਹਾ ਗਾ ਸਕਦੇ। ਸਾਨੂੰ ਸਾਜ਼ ਨਹੀਂ ਆਉਂਦੇ, ਸਾਨੂੰ ਰਾਗ ਨਹੀਂ ਆਉਂਦਾ, ਸਾਨੂੰ ਉਹਦੀ ਲੈਅਬੱਧਤਾ ਨਹੀਂ ਪਤਾ। ਗੁਰੂ ਕਹਿੰਦਾ ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਯਾਦ ਰੱਖਿਓ, ਮੈਂ ਐਸੇ ਗੁਰਸਿੱਖਾਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੂੰ ਗੁਰਮੁਖੀ ਪੜ੍ਹਨੀ ਨਹੀਂ ਸੀ ਆਉਂਦੀ, ਪਰ ਸ੍ਰੀ ਸੁਖਮਨੀ ਸਾਹਿਬ ਦਾ ਪੂਰਾ ਪਾਠ ਉਹਨਾਂ ਦੇ ਕੰਠ ਸੀ। ਮੈਂ ਉਹਨਾਂ ਨੂੰ ਪੁੱਛਿਆ, ਗੁਰਮੁਖੋ ਕਿਵੇਂ ਯਾਦ ਕੀਤਾ? ਕਹਿਣ ਲੱਗੇ, ਇੱਕ ਪੰਗਤੀ ਕਿਸੇ ਤੋਂ ਸੁਣ ਲੈਂਦੇ ਸੀ ਅਤੇ ਸਾਰਾ ਦਿਨ ਉਹੀ ਪੰਗਤੀ ਪੜ੍ਹੀ ਜਾਣੀ। ਯਾਦ ਰੱਖਿਓ, ਅੱਖਾਂ ਤੋਂ ਹੀਣੇ ਪੁਰਸ਼ ਭਾਈ ਸਾਹਿਬ, ਭਾਈ ਸਾਧੂ ਸਿੰਘ ਹੁੰਦੇ ਸਨ। ਸ੍ਰੀ ਹਜ਼ੂਰ ਸਾਹਿਬ, ਤਖਤ ਸਾਹਿਬ 'ਤੇ ਰਾਗੀ ਸਨ। ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਰਾਜ ਭਿੰਡਰਾਂ ਵਾਲਿਆਂ ਦੇ ਉਹ ਵਿਦਿਆਰਥੀ ਸਨ, ਨੇਤਰਹੀਣ ਸਨ। ਬੁਢਾਪੇ ਤੱਕ ਦੀ ਅਵਸਥਾ ਵਿੱਚ ਉਹਨਾਂ ਨੇ ਅੱਧੇ ਤੋਂ ਵੱਧ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੰਠ ਕਰ ਲਈ ਸੀ। ਸਾਡੇ ਕੋਲ ਤਾਂ ਨੇਤਰ ਨੇ। ਅੱਜ ਦੇ ਯੁੱਗ ਵਿੱਚ ਕੋਈ ਐਸਾ ਵੀ ਨਹੀਂ ਜਿਹਨੂੰ ਗੁਰਮੁਖੀ ਨਾ ਪੜ੍ਹਨੀ ਆਉਂਦੀ ਹੋਵੇ। ਸਭ ਪੜ੍ਹ ਸਕਦੇ ਨੇ। ਨਹੀਂ ਪੜ੍ਹਨੀ ਆਉਂਦੀ ਤਾਂ ਸੁਣ ਸਕਦੇ ਹੋ, ਸੁਣ ਕੇ ਯਾਦ ਕਰ ਲਓ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ। ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅੱਜ ਦਾ ਤਰਕਵਾਨ ਸਿੱਖ ਇਹ ਗੱਲ ਕਹਿ ਸਕਦਾ ਹੈ ਕਿ ਫਿਰ ਘਰ ਦਾ ਕੰਮ ਕਿਹੜੇ ਵੇਲੇ ਕਰੇ? ਗੁਰੂ ਸਾਹਿਬ ਨੇ ਤਾਂ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਰਾ ਦਿਨ ਇਸੇ ਕੰਮ ਵਿੱਚ ਕਹਿ ਦਿੱਤਾ ਕਿ ਇਹੀ ਕੰਮ ਕਰਦਾ ਰਹੋ,
ਫਿਰ ਘਰ ਦੇ ਕੰਮ ਕਿਵੇਂ ਕਰਾਂਗੇ, ਪਰਿਵਾਰ ਕਿਵੇਂ ਪਾਲਾਂਗੇ। ਯਾਦ ਰੱਖੋ, ਗੁਰੂ ਕਹਿੰਦਾ ਧਿਆਨ ਰੱਖ, ਧਿਆਨ ਧਿਆਨ ਰੱਖ। ਜਦੋਂ ਤੇਰਾ ਧਿਆਨ ਰਹੇਗਾ, ਜਿੱਥੇ ਤੇਰਾ ਧਿਆਨ ਹੈ ਤੂੰ ਉੱਥੇ ਹੈ। ਗੱਡੀ ਚਲਾਉਂਦੇ ਦਾ ਤੇਰਾ ਧਿਆਨ ਕਿਸੇ ਦੂਸਰੀ ਜਗ੍ਹਾ 'ਤੇ ਚਲਿਆ ਜਾਏ ਤਾਂ ਕੀ ਹੋ ਜਾਂਦਾ ਹੈ? ਐਕਸੀਡੈਂਟ, ਸਰੀਰ ਕਰਕੇ ਮੌਤ ਹੋ ਜਾਂਦੀ। ਗੱਲ ਕੀ? ਧਿਆਨ ਦੂਜੀ ਜਗ੍ਹਾ 'ਤੇ ਚਲਿਆ ਗਿਆ। ਜਿੱਥੇ ਤੇਰਾ ਧਿਆਨ ਹੈ ਤੂੰ ਉੱਥੇ ਹਾਜ਼ਰ ਹੈ। ਸਰੀਰ ਦੀ ਹਾਜ਼ਰੀ ਜਿਹੜੀ ਹੈ ਉਹ ਤਾਂ ਇੱਕ ਬੈਠਾ ਹੈ। ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਪੜ੍ਹੋ। ਕੁਝ ਸਿੱਖ ਪਹਿਰਾ ਦੇ ਰਹੇ ਨੇ, ਕੁਝ ਰਾਸ ਵੇਖ ਰਹੇ ਨੇ। ਰਾਸ ਵੇਖਣ ਵਾਲੇ ਡਰ ਰਹੇ ਨੇ ਕਿ ਗੁਰੂ ਕਿਤੇ ਜਾਗ ਨਾ ਪਏ। ਜਿਹੜੇ ਪਹਿਰਾ ਦੇ ਰਹੇ ਨੇ ਪਲੰਗ ਦੇ ਉਧਾੜੇ, ਉਹ ਚਾਹੁੰਦੇ, ਉਹ ਕਹਿੰਦੇ ਨੇ ਕਿ ਚਲੇ ਜਾਂਦੇ ਅਸੀਂ ਵੀ ਰਾਸ ਵੇਖਣ, ਬਾਕੀ ਵੀ ਤਾਂ ਗਏ ਨੇ। ਦੂਸਰਾ ਦਿਨ ਆਉਂਦਾ, ਗੁਰੂ ਦੀਵਾਨ ਵਿੱਚ ਬੈਠਾ, ਕਹਿੰਦਾ ਹਾਜ਼ਰ ਗੈਰ ਹਾਜ਼ਰ ਤੇ ਗੈਰ ਹਾਜ਼ਰ ਹਾਜ਼ਰ। ਜਿੱਥੇ ਧਿਆਨ ਹੈ ਤੁਹਾਡਾ ਉੱਥੇ ਤੁਸੀਂ ਹੋ। ਗੱਲ ਸਰੀਰ ਦੀ ਨਹੀਂ ਹੈ। ਕਿੰਨੀ ਜ਼ਰੂਰੀ ਗੱਲ ਕਿਸੇ ਨਾਲ ਕਰਦੇ ਹੋ, ਜੇ ਤੁਹਾਡਾ ਧਿਆਨ ਕਿਤੇ ਚਲਿਆ ਜਾਏ ਤੇ ਤੁਸੀਂ ਕਹਿੰਦੇ ਹੋ ਦੁਬਾਰਾ ਦੱਸ, ਮੇਰਾ ਧਿਆਨ ਕਿਤੇ ਹੋਰ ਚਲਿਆ ਗਿਆ ਸੀ, ਦੁਬਾਰਾ ਕਹੋ। ਤਾਂ ਗੁਰੂ ਇਹ ਗੱਲ ਕਹਿੰਦਾ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਿੱਖਾ, ਇੱਕ ਗੱਲ ਯਾਦ ਰੱਖੀ, ਤੇਰੇ ਗੁਰੂ ਨੇ ਬਚਨ ਕਹੇ ਨੇ, ਜਿਹੜੇ ਯਾਦ ਰੱਖਦੇ ਨੇ, ਜਿਹੜੇ ਉਸ ਨੂੰ ਵਿਸਾਰਦੇ ਨਹੀਂ, ਕੈਸੇ ਨੇ ਉਹ, ਜਿਨ੍ਹਾਂ ਨ ਵਿਸਰੈ ਨਾਮ ਸੇ ਕੇ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਜਿਹੜੇ ਨਾਮ ਨੂੰ ਨਹੀਂ ਵਿਸਾਰਦੇ ਉਸ ਰੱਬ ਵਰਗੇ ਹੋ ਜਾਂਦੇ ਨੇ। ਤੋ ਧੰਨ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਤੁਰਦਿਆਂ ਫਿਰਦਿਆਂ ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਇੱਕ ਗੱਲ ਯਾਦ ਰੱਖੋ, ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਨਾ ਕਿ ਆਪਣੇ ਅੰਦਰ ਕਰਦਾ ਮੈਂ ਸਭ ਕੁਝ, ਗਲਤ ਗਲਤ। ਕਦੇ ਬੱਚਿਆਂ ਨੂੰ ਪੜ੍ਹਦਿਆਂ ਦੇਖਿਆ? ਜਦੋਂ ਪੁਰਾਣੇ ਸਮਿਆਂ ਵਿੱਚ ਟੀਚਰ ਬੱਚੇ ਨੂੰ ਪਹਾੜਾ ਪੜ੍ਹਾਉਂਦੇ ਸਨ ਅਤੇ ਬੱਚੇ ਤੁਰਦਿਆਂ ਫਿਰਦਿਆਂ ਬੈਠਦਿਆਂ ਉਸਦਿਆਂ ਉਹੀ ਸਭ ਕੁਝ ਕਰੀ ਜਾਂਦੇ। ਜੇ ਮੁਹਾਰਨੀ ਰੱਟਦੇ ਨੇ, ਮੁਹਾਰਨੀ ਰੱਟੀ ਜਾਂਦੀ। ਟੀਚਰ ਸਕੂਲ 'ਚ ਕਹਿੰਦੇ ਸਨ ਉੱਚੀ ਬੋਲੋ, ਇੱਕ ਬੱਚਾ ਅੱਗੇ ਬੋਲੋ, ਦੂਜਾ ਪਿੱਛੇ ਬੋਲੋ। ਉਹਦੇ ਨਾਲ ਕੀ ਹੁੰਦਾ ਸੀ? ਪੱਕ ਜਾਂਦਾ ਸੀ ਸਭ ਕੁਝ, ਤੁਹਾਡੇ ਅੰਦਰ ਚਲਿਆ ਜਾਂਦਾ ਸੀ, ਤੁਹਾਡੇ ਅੰਤਸ਼ਕਰਨ ਵਿੱਚ ਚਲਿਆ ਜਾਂਦਾ ਸੀ, ਫਿਰ ਤੁਸੀਂ ਭੁੱਲਦੇ ਨਹੀਂ ਸੋ। ਅੱਜ ਸਿੱਖ ਗੁਟਕਾ ਲੈਂਦਾ ਹੈ, ਪੁੱਛੋ ਕੀ ਕਰਦਾ? ਕਹਿੰਦਾ ਜੀ ਅੰਦਰ ਕਰ ਰਿਹਾ। ਯਾਦ ਰੱਖ, ਅੰਦਰ ਤਾਂ ਤੇਰੇ ਤਾਂ ਹੀ ਜਾਏਗਾ ਨਾ ਜੇ ਬਾਹਰ ਕੁਝ ਕੀਤਾ ਤਾਂ। ਜੇ ਬਾਹਰੋਂ ਕੁਝ ਨਹੀਂ ਕੀਤਾ, ਜੇ ਤੇਰੀ ਰਸਨਾ ਨੇ ਬਾਣੀ ਨਹੀਂ ਗਾਈ ਤਾਂ ਤੇਰੇ ਅੰਦਰ ਕੀ ਜਾਏਗਾ? ਗੁਰਦੇਵ ਪਾਤਸ਼ਾਹ ਦੇ ਪਾਵਨ ਬਾਣੀ 'ਚ ਬਚਨ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਹਰ ਹਾਂ, ਜਬ ਵਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਜੇ ਤੈਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਭੁੱਲ ਗਿਆ ਤਾਂ ਦਿਨੋਂ ਦਿਨ ਘਟਦਾ ਜਾਏਗਾ। ਯਾਦ ਰੱਖੀ, ਤੇਰੇ ਜੀਵਨ ਵਿੱਚ ਕਮਜ਼ੋਰੀਆਂ ਆ ਜਾਣਗੀਆਂ। ਵਾਹਿਗੁਰੂ ਤੇਰੀ ਬੌੜੀ ਨਹੀਂ ਕਰੇਗਾ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ। ਜੋ ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦਾ ਹੈ, ਭੋਜਨ ਕਰਦਿਆਂ ਵੀ ਵਾਹਿਗੁਰੂ ਨੂੰ ਯਾਦ ਰੱਖਦਾ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਅਤੇ ਗੁਰਦੇਵ ਕੀ ਕਹਿੰਦੇ ਨੇ? ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਹੈ ਗੁਰਸਿੱਖ। ਅਤੇ ਐਸਾ ਗੁਰਸਿੱਖ ਗੁਰੂ ਦੇ ਮਨ ਨੂੰ ਚੰਗਾ ਲੱਗਦਾ। ਸੋ ਗੁਰਸਿੱਖ ਗੁਰੂ ਮਨ ਭਾਵੈ। ਅਤੇ ਜਦੋਂ ਸਿੱਖ ਬਣ ਜਾਂਦਾ ਹੈ ਤਾਂ ਫਿਰ ਗੁਰੂ ਹੱਥ ਜੋੜ ਲੈਂਦਾ, ਜਨ ਨਾਨਕ ਧੂਰ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਗੁਰੂ ਸਾਹਿਬ ਕਹਿੰਦੇ ਫਿਰ ਐਸੇ ਗੁਰਸਿੱਖ ਦੀ ਚਰਨ ਧੂੜੀ ਮੈਂ ਚਾਹੁੰਦਾ ਹਾਂ, ਜੋ ਗੁਰਸਿੱਖ ਆਪ ਜਪਦਾ ਹੈ ਅਤੇ ਦੂਸਰਿਆਂ ਨੂੰ ਨਾਮ ਜਪਾਉਂਦਾ ਹੈ। ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼
ਸਾਡੇ ਸਾਰਿਆਂ ਦੇ ਹਿਰਦੇ 'ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਗੁਰੂ ਪਿਆਰਿਓ, ਗੁਰੂ ਕੇ ਦਰ ਦਾ ਕੂਕਰ ਜਾਣ ਕੇ, ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ, ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਇਹ ਸਮਾਂ ਹੈ, ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪਹਿ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।